गुड मॉर्निंग स्टूडेंट्स। अज आप 9th क्लास के फस्ट चैप्टर की रिवीजन स्टार्ट करांगे। उहदे लई पहला डेफिनेशनस ने। फस्ट डेफिनेशन है प्राकृतिक संख्यावां। प्राकृतिक संख्यावां की हुंदियां ने जिहड़ी अपनी सिंपल गिणती है 1 2 3 जिहड़ा सब तो पहलां आपां सिੱਖਦੇ हाँ उस गिणती नूं कहा जाता है प्राकृतिक संख्यावां। इंग्लिश इहनूं कहंदे नैचुरल नंबरस ते इहनूं एक नाम दिता गया वा, डिनोट करते हैं आपां एन दे नाल, कैपिटल एन। ਹੁਣ ਜਿਹੜੀ ਗਿਣਤੀ ਆ ਉਹ 1 ਤੋਂ ਸ਼ੁਰੂ ਹੁੰਦੀ ਹੈ, ਇਸ ਲਈ ਸਭ ਤੋਂ ਛੋਟੀ ਪ੍ਰਾਕਿਰਤਿਕ ਸੰਖਿਆ ਕਿਹੜੀ ਹੋਗੀ 1 ਤੇ ਸਭ ਤੋਂ ਵੱਡੀ ਪ੍ਰਾਕਿਰਤਿਕ ਸੰਖਿਆ ਸੰਭਵ ਨਹੀਂ। ਕਿਉਂ? ਕਿਉਂਕਿ 5 ਤੋਂ ਵੱਡੀ 6, 6 ਤੋਂ 7, 7 ਤੋਂ 8, ਜੇ 100 ਵੀ ਲਿਖਾਂਗੇ ਤਾਂ 101, 1000 ਲਿਖਾਂਗੇ ਤਾਂ 1001, ਇਹ ਅੱਗੇ ਅੱਗੇ ਵੱਧਦੀ ਜਾਊਗੀ। ਇਸ ਲਈ ਸਭ ਤੋਂ ਵੱਡੀ ਪ੍ਰਾਕਿਰਤਿਕ ਸੰਖਿਆ ਸੰਭਵ ਨਹੀਂ ਹੈ। ਸੈਕਿੰਡ ਨੰਬਰ 'ਤੇ ਆਉਂਦੀਆਂ ਨੇ ਪੂਰਨ ਸੰਖਿਆਵਾਂ। ਪੂਰਨ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ? ਜਿਹੜੀਆਂ ਸਾਡੇ ਕੋਲੇ ਪ੍ਰਾਕਿਰਤਿਕ ਸੰਖਿਆਵਾਂ ਸੀਗੀਆਂ, ਸਿੰਪਲ ਗਿਣਤੀ ਸੀਗੀ, ਉਹਦੇ ਵਿੱਚ ਅਸੀਂ ਇੱਕ ਡਿਜਿਟ ਹੋਰ ਐਡ ਕਰ ਦੇਣਾ 0, ਜਿਹਨੂੰ ਅਸੀਂ ਸਿਫਰ ਕਹਿੰਦੇ ਹਾਂ, ਅਤੇ ਉਹਨਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਸਮੂਹ ਨੂੰ ਪੂਰਨ ਸੰਖਿਆਵਾਂ, ਇੰਗਲਿਸ਼ ਕਹਿੰਦੇ ਨੇ ਹੋਲ ਨੰਬਰਸ, ਅਤੇ ਸ਼ਾਰਟ ਇਹਨੂੰ ਨਾਮ ਦਿੱਤਾ ਗਿਆ W ਦਾ। 0 1 2 3 ਅਪ ਟੂ ਇਹ ਫਿਰ ਇਨਫਿਨਿਟੀ ਆ, ਕਿਤੇ ਵੀ ਇਹ ਗਿਣਤੀ ਖਤਮ ਨਹੀਂ ਹੁੰਦੀ, ਲੇਕਿਨ ਸ਼ੁਰੂ 0 ਤੋਂ ਹੁੰਦੀ ਹੈ। ਇਸ ਲਈ ਸਭ ਤੋਂ ਛੋਟੀ ਪੂਰਨ ਸੰਖਿਆ 0, ਸਭ ਤੋਂ ਵੱਡੀ ਪੂਰਨ ਸੰਖਿਆ ਸੰਭਵ ਨਹੀਂ। ਥਰਡ ਨੰਬਰ 'ਤੇ ਆਉਂਦੀਆਂ ਨੇ ਸੰਪੂਰਨ ਸੰਖਿਆਵਾਂ। ਸੰਪੂਰਨ ਸੰਖਿਆਵਾਂ ਕੀ ਨੇ? ਪੂਰਨ ਸੰਖਿਆਵਾਂ ਦੇ ਵਿੱਚ ਅਸੀਂ ਰਿਣਾਤਮਕ ਸੰਖਿਆਵਾਂ ਪਲੱਸ ਕਰ ਦੇਣੀਆਂ। ਰਿਣਾਤਮਕ ਕੀ ਹੁੰਦੀਆਂ ਨੇ? ਮਾਈਨਸ ਵਾਲੀਆਂ। ਜਿਵੇਂ ਕਿ ਸਾਡੇ ਕੋਲ ਸੰਖਿਆ ਰੇਖਾ ਹੈ, ਸੰਖਿਆ ਰੇਖਾ ਦੇ ਸੈਂਟਰ 'ਚ ਕੀ ਆਉਂਦਾ? ਮਿਡ 'ਚ 0, ਸੱਜੇ ਪਾਸੇ ਗਿਣਤੀ ਆਉਂਦੀ ਆ 1 2 3 ਅਪ ਟੂ ਇਨਫਿਨਿਟੀ। ਖੱਬੇ ਪਾਸੇ ਹੁਣ ਆਪਾਂ ਸੰਖਿਆਵਾਂ ਲਵਾਂਗੇ -1 -2 -3, ਇਹ ਵੀ ਨੀਚੇ ਨੂੰ ਘਟਦੀਆਂ ਜਾਣਗੀਆਂ। ਤਾਂ ਜਿਹੜਾ ਇਹਨਾਂ ਦਾ ਸਮੂਹ ਹੋ ਗਿਆ ਕਿਹਦਾ ਕਿਹਦਾ? ਰਿਣਾਤਮਕ ਦਾ, ਸਿਫਰ ਅਤੇ ਧਨਾਤਮਕ, ਨੈਗੇਟਿਵ ਵੈਲਿਊਜ਼, 0, ਪੋਜ਼ੀਟਿਵ ਵੈਲਿਊਜ਼, ਇਹਨਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਸੰਪੂਰਨ ਸੰਖਿਆਵਾਂ। ਇੰਗਲਿਸ਼ 'ਚ ਇਹਨੂੰ ਕਹਿੰਦੇ ਨੇ ਇੰਟੀਜਰ, ਇਹਨੂੰ ਅਸੀਂ ਡਿਨੋਟ ਕਰਦੇ ਹਾਂ Z ਦੇ ਨਾਲ। ਹੁਣ ਸਭ ਤੋਂ ਛੋਟੀ ਸੰਪੂਰਨ ਸੰਖਿਆ, ਹੁਣ ਜਿਸ ਤਰ੍ਹਾਂ ਬੱਚੇ 1 ਤੋਂ ਵੱਡਾ 2, 2 ਤੋਂ ਵੱਡਾ 3, ਲੇਕਿਨ ਜਦੋਂ ਆਪਾਂ ਮਾਈਨਸ ਲਗਾ ਦਿੰਦੇ ਹਾਂ ਤਾਂ -1 ਜਿਹੜਾ ਹੁੰਦਾ ਉਹ -2 ਤੋਂ ਵੱਡਾ ਹੋ ਜਾਂਦਾ। ਨੈਗੇਟਿਵ ਵੈਲਿਊਜ਼ ਦੇ ਵਿੱਚ ਛੋਟੀ ਸੰਖਿਆ ਵੱਡੀ ਹੋ ਜਾਂਦੀ ਹੈ। ਜਾਂ ਆਪਾਂ 6th ਕਲਾਸ 'ਚ ਪੜ੍ਹਿਆ ਸੀ ਕਿ ਸੰਖਿਆ ਰੇਖਾ ਦੇ ਉੱਪਰ ਜਿਹੜੀ ਖੱਬੇ ਪਾਸੇ ਸੰਖਿਆ ਹੋਊਗੀ ਉਹ ਸੱਜੇ ਪਾਸੇ ਦੀ ਸੰਖਿਆ ਨਾਲੋਂ ਛੋਟੀ ਹੋਊਗੀ। ਤਾਂ ਇਸ ਤਰ੍ਹਾਂ ਇਹ ਨੀਚੇ ਨੂੰ, ਜਿਸ ਤਰ੍ਹਾਂ ਉੱਪਰ ਨੂੰ ਵੈਲਿਊਜ਼ ਵੱਧਦੀਆਂ ਜਾਂਦੀਆਂ ਨੇ, ਨੀਚੇ ਨੂੰ ਇਹ ਵੈਲਿਊਜ਼ ਘਟਦੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਇਹਦੀ ਵੱਡੀ ਤੋਂ ਵੱਡੀ ਸੰਖਿਆ ਸੰਭਵ ਨਹੀਂ ਹੈ, ਉਸ ਤਰ੍ਹਾਂ ਇਸ ਦੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਹੈਗੀ ਆ ਉਹ ਸੰਭਵ ਨਹੀਂ ਹੈ। ਸਭ ਤੋਂ ਛੋਟੀ ਸੰਪੂਰਨ ਸੰਖਿਆ ਵੀ ਸੰਭਵ ਨਹੀਂ ਅਤੇ ਸਭ ਤੋਂ ਵੱਡੀ ਸੰਪੂਰਨ ਸੰਖਿਆ ਵੀ ਸੰਭਵ ਨਹੀਂ। ਨੈਕਸਟ ਹੈ 4th ਨੰਬਰ 'ਤੇ ਪ੍ਰਮੇਯ ਸੰਖਿਆਵਾਂ, ਜਿਹੜਾ ਕਿ ਆਪਣਾ 9th ਕਲਾਸ ਦੇ ਫਸਟ ਚੈਪਟਰ ਆ, ਉਹਦੇ ਵਿੱਚ ਯੂਜ਼ ਹੁੰਦੀਆਂ ਨੇ। ਪ੍ਰਮੇਯ ਸੰਖਿਆਵਾਂ ਨੂੰ ਇੰਗਲਿਸ਼ ਕਹਿੰਦੇ ਨੇ ਰੈਸ਼ਨਲ ਨੰਬਰਸ, ਇਹਨੂੰ ਅਸੀਂ Q ਦੇ ਨਾਲ ਡਿਨੋਟ ਕਰਦੇ ਹਾਂ। ਇਹ ਕਿਹੜੀਆਂ ਸੰਖਿਆਵਾਂ ਹੁੰਦੀਆਂ ਨੇ? P/Q ਦੇ ਰੂਪ ਦੀਆਂ ਹੁੰਦੀਆਂ ਨੇ, ਮੀਨਸ ਬਟਿਆਂ ਵਾਲੀਆਂ ਸੰਖਿਆਵਾਂ ਹੁੰਦੀਆਂ ਨੇ। ਪਰ ਇੱਕ ਗੱਲ ਧਿਆਨ ਰੱਖਣਾ ਕਿ ਜਿਹੜੀ ਨੀਚੇ ਸੰਖਿਆ ਵਾ ਉਹ ਕਦੇ ਵੀ 0 ਨਹੀਂ ਹੋਣੀ ਚਾਹੀਦੀ। ਹੁਣ ਕਿਸ ਤਰ੍ਹਾਂ ਦੀਆਂ ਸੰਖਿਆਵਾਂ ਹੋਣਗੀਆਂ ਇਹ? ਜਿਵੇਂ ਕਿ ਆਪਣੇ ਕੋਲ ਹੋ ਗਿਆ 1/2, ਨੈਕਸਟ ਹੋ ਗਿਆ 3/4। ਜਿਹੜੀ ਸਿੰਪਲ ਆਪਣੀ ਗਿਣਤੀ ਆ ਜੋ ਆਪਾਂ ਉੱਪਰ ਵੀ ਕੀਤੀ ਸੀ, ਇਹ ਸਾਰੀਆਂ ਵੀ ਕੀ ਨੇ? ਪ੍ਰਮੇਯ ਸੰਖਿਆਵਾਂ। ਕਿਉਂ? ਕਿਉਂਕਿ ਮੰਨ ਲਓ 3 ਹੈ, 3 ਨੂੰ ਅਸੀਂ ਬਟਿਆਂ ਵਿੱਚ ਲਿਖ ਸਕਦੇ ਹਾਂ। ਕਿੱਦਾਂ ਲਿਖਾਂਗੇ? 3/1, ਤਾਂ ਬਟਿਆਂ 'ਚ ਲਿਖਿਆ ਗਿਆ, ਇਸ ਕਰਕੇ ਇਹ ਕੀ ਬਣ ਗਈ? ਪ੍ਰਮੇਯ ਸੰਖਿਆ। ਹਾਂਜੀ ਬੱਚੇ, ਪ੍ਰਮੇਯ ਸੰਖਿਆ ਦੀ ਕਿਹੜੀ ਕਿਹੜੀ ਐਗਜ਼ਾਮਪਲ ਹੈ? ਜਿਵੇਂ ਇੱਥੇ ਮੈਂ ਲਿਖੀਆਂ ਹੋਈਆਂ ਨੇ 3 -5 10 1/2 -5/6। ਅਗਲੀਆਂ ਸੰਖਿਆਵਾਂ ਨੇ ਅਪਰਮੇਯ ਸੰਖਿਆਵਾਂ। ਅਪਰਮੇਯ ਸੰਖਿਆਵਾਂ ਨੂੰ ਇੰਗਲਿਸ਼ ਕਿਹਾ ਜਾਂਦਾ ਹੈ ਇਰਰੈਸ਼ਨਲ ਨੰਬਰ, ਇਹਨੂੰ ਅਸੀਂ ਡਿਨੋਟ ਕਰਦੇ ਹਾਂ Q* ਦੇ ਨਾਲ। ਜਿਹੜੇ ਬੱਚੇ ਇਹ ਨਾਮ ਨੇ ਇਹ ਯਾਦ ਕਰਨੇ ਨੇ, ਪੇਪਰ ਦੇ ਵਿੱਚ ਜ਼ਰੂਰ ਆ ਸਕਦੇ ਨੇ ਵੀ ਇਹਨੂੰ ਅਸੀਂ ਕਿਹਦੇ ਨਾਲ ਦਰਸਾਉਂਦੇ ਹਾਂ। ਹੁਣ ਅਪਰਮੇਯ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ? ਜਿਨ੍ਹਾਂ ਨੂੰ ਅਸੀਂ P/Q ਦੇ ਰੂਪ ਵਿੱਚ ਨਹੀਂ ਲਿਖ ਸਕਦੇ, ਮਤਲਬ ਬਟਿਆਂ 'ਚ ਨਹੀਂ ਲਿਖ ਸਕਦੇ, ਜਾਂ ਜਿਨ੍ਹਾਂ ਦਾ ਦਸ਼ਮਲਵ ਪ੍ਰਸਾਰ ਅਸ਼ਾਂਤ ਅਣਆਵਰਤੀ ਹੋਵੇਗਾ। ਹੁਣ ਇਹ ਚੀਜ਼ ਆਪਾਂ ਜਦੋਂ ਅੱਗੇ ਐਕਸਰਸਾਈਜ਼ ਕਰਾਂਗੇ ਤੁਹਾਨੂੰ ਉੱਥੇ ਕਲੀਅਰ ਹੋਏਗੀ। ਮੀਨਸ ਇਹਨੂੰ ਅਸੀਂ ਡੈਸੀਮਲ 'ਚ ਤਾਂ ਲਿਖ ਸਕਦੇ ਹਾਂ, ਬਟ ਜਿਹੜਾ ਡੈਸੀਮਲ ਹੋਏਗਾ ਉਹ ਅੱਗੇ ਅੱਗੇ ਵੱਧਦਾ ਜਾਊਗਾ। ਮੀਨਸ ਕਦੇ ਵੀ ਉਹਦੀ ਜਿਹੜੀ ਡਿਵੀਜ਼ਨ ਆ ਉਹ ਖਤਮ ਨਹੀਂ ਹੋਊਗੀ। ਜਾਂ ਇਹ ਹੁੰਦੀਆਂ ਨੇ ਵਰਗਮੂਲ P ਦੇ ਰੂਪ ਦੀਆਂ। ਜਿਹੜੇ ਵਰਗਮੂਲ P ਆ, ਜਿਹੜਾ ਅੰਦਰ P ਆ, ਉਹ ਅਭਾਜ ਹੋਣਾ ਚਾਹੀਦਾ। ਅਭਾਜ ਮੀਨਸ ਉਹ ਸੰਖਿਆਵਾਂ ਜਿਹੜੀਆਂ ਕਿਸੇ ਵੀ ਟੇਬਲ ਵਿੱਚ ਨਹੀਂ ਆਉਂਦੀਆਂ, ਸਿਰਫ ਆਪਣੇ ਹੀ ਪਹਾੜੇ ਵਿੱਚ ਜਾਂ ਆਪਣੇ ਹੀ ਟੇਬਲ ਵਿੱਚ ਆਉਂਦੀਆਂ ਨੇ। ਜਿਸ ਤਰ੍ਹਾਂ ਮੈਂ ਐਗਜ਼ਾਮਪਲਸ ਲਿਖੀਆਂ ਨੇ ਵਰਗਮੂਲ 2, ਵਰਗਮੂਲ 3, ਵਰਗਮੂਲ 5, ਵਰਗਮੂਲ 7। ਹੁਣ ਮੈਂ ਇੱਥੇ ਵਰਗਮੂਲ 4 ਕਿਉਂ ਨਹੀਂ ਲਿਖਿਆ? ਕਿਉਂਕਿ ਜਿਹੜਾ ਵਰਗਮੂਲ 4 ਹੈ ਉਹਦਾ ਜਿਹੜਾ ਮੁੱਲ ਹੁੰਦਾ ਉਹ ਹੁੰਦਾ 2। ਜਿਹੜੀ 2 ਆ ਉਹ ਕੀ ਬਣ ਗਈ? ਫਿਰ ਪ੍ਰਮੇਯ ਸੰਖਿਆ, ਉਹਨੂੰ ਅਸੀਂ ਬਟਿਆਂ ਦੇ ਵਿੱਚ ਲਿਖ ਸਕਦੇ ਹਾਂ।
ਨੈਕਸਟ ਜਿਵੇਂ ਬੱਚਿਆ ਲਿਖਿਆ ਮੈਂ 1 ਪੁਆਇੰਟ ਪਹਿਲਾਂ 10 ਪਾਤਾ, ਫਿਰ 100, ਫਿਰ 1000, ਫਿਰ 10000, ਉੱਦਾਂ 1 ਪਾ ਕੇ ਲੱਖ, ਇੱਦਾਂ ਇੱਦਾਂ ਅੱਗੇ ਸੀਰੀਜ਼ ਵਧੀ ਜਾਊਗੀ। ਇਹ ਡੈਸੀਮਲ ਰਿਪਰੈਜ਼ੈਂਟੇਸ਼ਨ ਕਿਤੇ ਵੀ ਖਤਮ ਨਹੀਂ ਹੋਏਗੀ, ਇਸ ਕਰਕੇ ਇਹ ਵਾਲੀ ਜਿਹੜੀ ਸੰਖਿਆ ਉਹ ਵੀ ਕੀ ਬਣ ਗਈ, ਅਪਰਮੇय। ਲਾਸਟ ਸੰਖਿਆ ਜਿਹੜੀ ਹੁਣ ਤੱਕ ਆਪਾਂ ਕਰਨੀ ਆ 9th ਕਲਾਸ ਤੱਕ, ਉਹ ਹੈਗੀ ਆ ਵਾਸਤਵਿਕ ਸੰਖਿਆ। ਵਾਸਤਵਿਕ ਸੰਖਿਆ ਨੂੰ ਇੰਗਲਿਸ਼ 'ਚ ਕਿਹਾ ਜਾਂਦਾ ਰੀਅਲ ਨੰਬਰਸ। ਰੀਅਲ ਨੰਬਰਸ ਨੂੰ ਅਸੀਂ ਆਰ ਦੇ ਨਾਲ ਦਰਸਾਉਂਦੇ ਆ। ਇਹ ਕੀ ਹੁੰਦਾ, ਪ੍ਰਮੇय ਸੰਖਿਆ ਦੇ ਅਪਰਮੇय ਸੰਖਿਆ ਦੇ ਗਰੁੱਪ ਨੂੰ। ਪ੍ਰਮੇय ਤੇ ਅਪਰਮੇय ਮੀਨਸ ਬਟਿਆਂ ਵਾਲੀਆਂ ਸੰਖਿਆਵਾਂ ਤੇ ਜਿਹੜੀਆਂ ਬਟਿਆਂ ਵਾਲੀਆਂ ਨਹੀਂ ਹੁੰਦੀਆਂ, ਦੋਨਾਂ ਸੰਖਿਆਵਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਵਾਸਤਵਿਕ ਸੰਖਿਆਵਾਂ। ਹੁਣ ਇਹਨੂੰ ਕਲੀਅਰ ਕਰਨ ਦੇ ਲਈ ਬੱਚੇ ਇੱਕ ਡਾਇਗਰਾਮ ਬਣਾਈ ਗਈ ਹੈ, ਇਹਨੂੰ ਧਿਆਨ ਨਾਲ ਸਮਝ ਲਓ, ਕਦੇ ਗਲਤੀ ਨਹੀਂ ਹੋਏਗੀ। ਸਭ ਤੋਂ ਪਹਿਲਾਂ ਮੈਂ ਲਈਆਂ ਨੇ ਪ੍ਰਾਕਿਰਤਿਕ ਸੰਖਿਆਵਾਂ। ਪ੍ਰਾਕਿਰਤਿਕ ਸੰਖਿਆਵਾਂ ਨੂੰ ਮੈਂ 9ਵੀਂ ਬੀ ਦੇ ਕਮਰੇ ਦਾ ਨਾਮ ਦੇਤਾ ਵੀ ਆਪਣਾ 9th ਬੀ ਕਲਾਸ ਹੈ। ਨੈਕਸਟ ਉਹਦੇ ਵਿੱਚ ਮੈਂ ਇੱਕ 0 ਐਡ ਕਰਤੀ ਤਾਂ ਘੇਰਾ ਵੱਡਾ ਬਣ ਗਿਆ, ਤਾਂ ਉਹ ਕਿਹੜੀਆਂ ਸੰਖਿਆਵਾਂ ਬਣ ਗਈਆਂ, ਪੂਰਨ। ਮੰਨ ਲਓ ਮੈਂ 9ਵੀਂ ਏ ਦਾ ਸੈਕਸ਼ਨ ਜਿਹੜੀ 0 ਆ ਉਹ ਹੋ ਗਿਆ 9ਵੀਂ ਏ, 9th ਏ ਸੈਕਸ਼ਨ ਵਿੱਚ ਜੋੜਤਾ ਤਾਂ ਕਲਾਸ ਕਿਹੜੀ ਬਣ ਗਈ 9th। ਤਾਂ ਜਿਹੜਾ ਵੱਡਾ ਘੇਰਾ ਵਾ ਉਹ ਕੀ ਬਣ ਗਿਆ 9ਵੀਂ, ਮੀਨਸ 9ਵੀਂ ਬੀ ਕੀ ਆ, ਕੱਲੀ ਪ੍ਰਾਕਿਰਤਿਕ ਸੰਖਿਆਵਾਂ। ਪੂਰੀ 9th ਕਲਾਸ ਕੀ ਆ, ਪੂਰਨ ਸੰਖਿਆਵਾਂ। ਹੁਣ ਜਿਹੜੀ 9th ਬੀ ਆ ਉਹ 'ਚ ਪ੍ਰਾਕਿਰਤਿਕ ਸੀਗੀਆਂ ਤਾਂ 9th ਏ ਦੇ ਵਿੱਚ ਕੱਲਾ ਇੱਕ ਹੋਰ ਐਡ ਹੋਇਆ, ਕੀ ਹੋਇਆ 0। ਨੈਕਸਟ ਉਸ ਤੋਂ ਮੈਂ ਬਰਾਂਡਾ ਲੈ ਲਿਆ, ਆਪਣਾ ਜਿਹੜਾ ਪੂਰਾ ਕੋਰੀਡੋਰ ਹੈ 9th ਤੇ 8th ਵਾਲਾ, ਉਹਦੇ ਵਿੱਚ ਕੀ ਆ ਗਿਆ, ਆਪਾਂ ਨੈਗੇਟਿਵ ਵੈਲਿਊਜ਼ ਜੋੜਤੀਆਂ। ਮੀਨਸ 9ਵੀਂ ਦੇ ਵਿੱਚ ਤਾਂ ਕੱਲੀਆਂ ਸੰਖਿਆਵਾਂ ਨੇ ਪੂਰਨ, ਤੇ ਜਿਹੜੀਆਂ 9ਵੀਂ ਤੋਂ ਬਿਨਾਂ ਬਾਕੀ ਕਮਰੇ ਨੇ ਉੱਥੇ ਕੀ ਆ ਗਈਆਂ -1 -2 ਨੈਗੇਟਿਵ ਵੈਲਿਊਜ਼ ਆ ਗਈਆਂ। ਜਿਹੜਾ ਪੂਰਾ ਕੋਰੀਡੋਰ ਆ ਉਹ ਜਾਂ ਬਰਾਂਡਾ ਵਾ ਉਹ ਕੀ ਬਣ ਗਿਆ, ਸੰਪੂਰਨ। ਨੈਕਸਟ ਮੈਂ ਸਕੂਲ ਦੀ ਪੂਰੀ ਬਿਲਡਿੰਗ ਲੈ ਲਈ ਆ, ਮੀਨਸ ਬਰਾਂਡੇ ਤੋਂ ਬਿਨਾਂ ਜਿਹੜੇ ਬਾਕੀ ਵੀ ਕਮਰੇ ਨੇ ਜਿੱਥੇ ਛੱਤ ਹੈਗੀ ਆ, ਉਹ ਬਿਲਡਿੰਗ ਦੇ ਵਿੱਚ ਤੁਹਾਡੀਆਂ ਬਟਿਆਂ ਵਾਲੀਆਂ ਸੰਖਿਆਵਾਂ ਨੇ। ਜਿਹੜੀ ਪੂਰੀ ਬਿਲਡਿੰਗ ਹੈ ਉਹ ਕੀ ਦਰਸਾਉਂਦੀ ਆ, ਪ੍ਰਮੇय ਸੰਖਿਆਵਾਂ। ਨੈਕਸਟ ਹੁਣ ਮੈਂ ਲੋਨ ਲੈ ਲਿਆ ਜਾਂ ਪਾਰਕ ਲੈ ਲਿਆ, ਅਲੱਗ ਲੈ ਲਿਆ, ਮੀਨਸ ਉਹਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ। ਇਹ ਸਾਰੀ ਕੀ ਆ, ਬਿਲਡਿੰਗ ਹੈ। ਬਿਲਡਿੰਗ ਤੋਂ ਬਿਨਾਂ ਮੈਂ ਪਾਰਕ ਲੈ ਲਿਆ, ਪਾਰਕ ਨੂੰ ਮੈਂ ਕੀ ਕਿਹਾ, ਉਹ ਕਿਹੜੀ ਸੰਖਿਆਵਾਂ ਨੇ, ਅਪਰਮੇय। ਜਿਵੇਂ ਕਿ ਵਰਗਮੂਲ 2, ਵਰਗਮੂਲ 3, ਵਰਗਮੂਲ 5, ਵਰਗਮੂਲ 6, ਵਰਗਮੂਲ 7 ਆਦਿ ਸਾਰੀਆਂ ਕਿਹੜੀਆਂ ਨੇ, ਅਪਰਮੇय ਸੰਖਿਆਵਾਂ। ਤੇ ਐਗਜ਼ਾਮਪਲ ਦੇ ਲਈ ਮੰਨ ਲਓ ਕੀ ਆ, ਪਾਰਕ ਵਿੱਚ ਹੈ। ਹੁਣ ਪਾਰਕ ਤੇ ਬਰਾਂਡਾ, ਪਾਰਕ ਤੇ ਬਿਲਡਿੰਗ, ਇਹ ਪ੍ਰੋਪਰ ਸਾਰਾ ਕੀ ਬਣ ਗਿਆ, ਸਕੂਲ। ਤੇ ਸਕੂਲ ਨੂੰ ਮੈਂ ਕੀ ਕਹਿਤਾ, ਵਾਸਤਵਿਕ ਸੰਖਿਆਵਾਂ। ਵਾਸਤਵਿਕ ਸੰਖਿਆਵਾਂ ਕਿਹਦਾ ਸਮੂਹ ਹੁੰਦੀਆਂ ਨੇ, ਪ੍ਰਮੇय ਸੰਖਿਆਵਾਂ ਤੇ ਅਪਰਮੇय ਸੰਖਿਆਵਾਂ। ਹੁਣ ਮੈਂ ਇਹ ਸਾਰਾ ਕਿਉਂ ਕੀਤਾ, ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਕਿ ਕੀ ਪ੍ਰਾਕਿਰਤਿਕ ਸੰਖਿਆਵਾਂ ਸੰਪੂਰਨ ਹੁੰਦੀਆਂ ਨੇ, ਕੀ ਪ੍ਰਾਕਿਰਤਿਕ ਸੰਖਿਆਵਾਂ ਅਪਰਮੇय ਹੁੰਦੀਆਂ ਨੇ। ਉਹਨੂੰ ਸਮਝਣ ਦੇ ਲਈ ਤੁਸੀਂ ਕੀ ਕਰਨਾ, ਜੇ ਆਪਾਂ ਛੋਟੇ ਘੇਰੇ ਤੋਂ ਬਾਹਰ ਵੱਲ ਨੂੰ ਜਾ ਰਹੇ ਹਾਂ, ਮੀਨਸ ਜੇ ਪੁੱਛਿਆ ਗਿਆ ਵਾ ਕਿ ਪ੍ਰਾਕਿਰਤਿਕ ਪੂਰਨ ਹੈ, ਪ੍ਰਾਕਿਰਤਿਕ ਸੰਪੂਰਨ ਹੈ, ਤਾਂ ਆਨਸਰ ਕੀ ਆਊਗਾ, ਯੈਸ। ਜੇ ਘੇਰੇ ਤੋਂ ਅੰਦਰ ਨੂੰ ਆ ਰਹੇ ਹਾਂ, ਆਪਾਂ ਨੂੰ ਪੁੱਛਿਆ ਗਿਆ ਕੀ ਸੰਪੂਰਨ ਪ੍ਰਾਕਿਰਤਿਕ ਹੈ, ਕੀ ਪ੍ਰਮੇय ਪ੍ਰਾਕਿਰਤਿਕ ਹੈ, ਤਾਂ ਆਨਸਰ ਕੀ ਹੋਏਗਾ, ਫਾਲਸ, ਨੋ। ਫੋਰ ਐਗਜ਼ਾਮਪਲ ਮੈਂ ਇੱਕ ਵੈਲਿਊ ਲੈ ਲਈ -2। ਹੁਣ -2 ਇੱਥੇ ਮੈਂ ਕੀ ਲਿਖੀ, ਕਿੱਥੇ ਹੈਗੀ ਆ, ਇਹ ਬਰਾਂਡੇ 'ਚ। ਜੇ ਬਰਾਂਡੇ ਵਿੱਚ ਹੈਗੀ ਆ ਤਾਂ ਬਿਲਡਿੰਗ 'ਚ ਤਾਂ ਇਹ ਹੈਗੀ ਆ, ਕਿਉਂਕਿ ਜਿਹੜਾ ਬਰਾਂਡਾ ਵਾ ਉਹ ਬਿਲਡਿੰਗ 'ਚ ਹੀ ਆ ਨਾ। ਹੁਣ ਜੇ ਬਰਾਂਡੇ 'ਚ ਹੈਗੀ ਆ ਤਾਂ ਜ਼ਰੂਰੀ ਨਹੀਂ ਹੈਗਾ ਵੀ ਉਹ 9ਵੀਂ ਵਾਲੇ ਕਮਰੇ 'ਚ ਆ ਕਿ 9ਵੀਂ ਬੀ ਵਾਲੇ 'ਚ ਆ ਕਿ 9ਵੀਂ ਏ ਵਾਲੇ 'ਚ ਆ, ਉਹ 8ਵੀਂ 'ਚ ਵੀ ਹੋ ਸਕਦੀ ਆ। ਇਸ ਕਰਕੇ ਕੀ ਹੋ ਗਿਆ, ਫਾਲਸ। ਮੀਨਸ ਜਿਹੜੀ -2 ਸੰਖਿਆ ਵਾ ਉਹ ਸੰਪੂਰਨ ਹੈਗੀ ਆ, ਪੂਰਨ ਨਹੀਂ ਹੋ ਸਕਦੀ ਤੇ ਪ੍ਰਾਕਿਰਤਿਕ ਨਹੀਂ ਹੋ ਸਕਦੀ। ਇਸ ਕਰਕੇ ਜਿਹੜੀ ਸੰਖਿਆ ਬਰਾਂਡੇ 'ਚ ਹੈਗੀ ਆ ਉਹ ਕਮਰੇ 9ਵੀਂ ਵਾਲੇ 'ਚ ਹੋ ਸਕਦੀ ਵੀ ਆ ਤੇ ਨਹੀਂ ਵੀ। ਜਦੋਂ ਹੋ ਸਕਦੀ ਨਾਲ ਆ ਗਿਆ ਤਾਂ ਉੱਥੇ ਕੀ ਹੁੰਦਾ, ਫਾਲਸ। ਜੇ ਪੱਕਾ ਹੀ ਹੋਵੇ ਫਿਰ ਕੀ ਹੁੰਦਾ, ਟਰੂ। ਮੰਨ ਲਓ ਮੈਂ ਸੰਖਿਆ ਲੈ ਲਈ 0, ਸਾਨੂੰ ਪੁੱਛਿਆ ਗਿਆ ਕਿ ਕੀ ਪੂਰਨ ਸੰਖਿਆਵਾਂ ਪ੍ਰਮੇय ਹੁੰਦੀਆਂ ਹਨ। ਹੁਣ ਪੂਰਨ ਨੂੰ ਮੈਂ ਕੀ ਕਿਹਾ, 9th ਕਲਾਸ, ਪ੍ਰਮੇय ਨੂੰ ਮੈਂ ਕੀ ਕਿਹਾ, ਬਿਲਡਿੰਗ। ਜਿਹੜੀ 9th ਕਲਾਸ ਆ ਉਹ ਬਰਾਂਡੇ 'ਚ ਆ, ਜਿਹੜਾ ਬਰਾਂਡਾ ਵਾ ਉਹ ਬਿਲਡਿੰਗ 'ਚ ਆ, ਇਸ ਕਰਕੇ ਇੱਧਰ ਨੂੰ ਕੀ ਹੋ ਗਿਆ, ਟਰੂ। ਜਿਹੜੀ 0 ਆ ਉਹ ਪੂਰਨ ਸੰਖਿਆ ਹੈ ਤੇ ਇਹ ਕੀ ਆ, ਪ੍ਰਮੇय ਸੰਖਿਆ ਵੀ ਹੈ। ਇਸ ਕਰਕੇ ਇਹ ਡਾਇਗਰਾਮ ਨੂੰ ਤੁਹਾਨੂੰ ਸਮਝਣਾ ਤੇ ਬਹੁਤ ਧਿਆਨ ਨਾਲ ਸਮਝਣਾ ਨੂੰ ਬਹੁਤ ਜ਼ਰੂਰੀ ਹੈ, ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਜੇ ਨੈਕਸਟ ਇੱਕ ਟੇਬਲ ਬਣਾਇਆ ਹੋਇਆ ਹੈ, ਪਹਿਲਾਂ ਲਿਖੇ ਹੋਏ ਨੇ ਨੰਬਰਸ। ਇੰਗਲਿਸ਼ ਦੇ ਵਿੱਚ ਕੀ ਆ ਗਿਆ, ਨੈਚੁਰਲ ਨੰਬਰਸ, ਹੋਲ ਨੰਬਰਸ, ਇੰਟੀਜਰਸ, ਰੈਸ਼ਨਲ, ਇਰਰੈਸ਼ਨਲ ਤੇ ਰੀਅਲ। ਨੈਚੁਰਲ ਨੂੰ ਪੰਜਾਬੀ 'ਚ ਕਹਿੰਦੇ ਨੇ ਪ੍ਰਾਕਿਰਤਿਕ, ਹੋਲ ਨੂੰ ਕਹਿੰਦੇ ਨੇ ਪੂਰਨ, ਇੰਟੀਜਰ ਨੂੰ ਕਹਿੰਦੇ ਨੇ ਸੰਪੂਰਨ, ਰੈਸ਼ਨਲ ਨੂੰ ਪ੍ਰਮੇय, ਇਰਰੈਸ਼ਨਲ ਅਪਰਮੇय, ਰੀਅਲ ਵਾਸਤਵਿਕ। ਇਹਨਾਂ ਦੇ ਸਿੰਬਲ ਕੀ ਨੇ ਜਾਂ ਚਿੰਨ੍ਹ ਕੀ ਨੇ, ਜਾਂ ਆਪਾਂ ਕਿਹਦੇ ਨਾਲ ਦਰਸਾਉਂਦੇ ਆ,
ਨੈਚੁਰਲ ਨੰਬਰਸ n ਨਾਲ, ਹੋਲ ਨੰਬਰ w ਨਾਲ। ਇਹ ਤਾਂ ਯਾਦ ਰਹਿ ਜਾਣਗੇ ਕਿਉਂਕਿ ਫਸਟ ਲੈਟਰ ਆ। ਲੇਕਿਨ ਨੈਕਸਟ ਥੋੜਾ ਚੇਂਜ ਹੈ, ਇੰਟੀਜਰਸ z ਨਾਲ, ਰੈਸ਼ਨਲਸ q ਨਾਲ, ਇਰਰੈਸ਼ਨਲ q ਸਟਾਰ, ਰੀਅਲ r ਦੇ ਨਾਲ। ਨੈਕਸਟ ਬੱਚੇ ਕੁਛ ਟਰੂ ਫਾਲਸ ਦੇ ਸਮਸ ਨੇ ਜਿਹੜੇ ਤੁਹਾਡੇ ਇਹ ਵਾਲੇ ਜੁਲਾਈ ਐਗਜ਼ਾਮਸ ਦੇ ਲਈ ਕਾਫੀ ਇੰਪੋਰਟੈਂਟ ਨੇ। ਫਸਟ ਹੈ, ਸਾਰੀਆਂ ਪ੍ਰਮੇय ਸੰਖਿਆਵਾਂ ਵਾਸਤਵਿਕ ਹਨ। ਹੁਣ ਯਾਦ ਕਰੋ, ਮੈਂ ਪ੍ਰਮੇय ਸੰਖਿਆਵਾਂ ਨੂੰ ਕਿਹਦਾ ਨਾਮ ਦਿੱਤਾ ਸੀਗਾ? ਬਿਲਡਿੰਗ ਦਾ। ਵਾਸਤਵਿਕ ਕੀ ਸੀਗਾ ਆਪਣਾ ਸਕੂਲ। ਹੁਣ ਜਿਹੜੀ ਸਾਰੀਆਂ ਪ੍ਰਮੇय ਸੰਖਿਆਵਾਂ ਵਾਸਤਵਿਕ ਹਨ ਮੀਨਸ ਜਿਹੜੀ ਚੀਜ਼ ਬਿਲਡਿੰਗ ਦੇ ਵਿੱਚ ਹੈ ਉਹ ਸਕੂਲ ਵਿੱਚ ਹੋਏਗੀ, ਇਸ ਲਈ ਇਹ ਤੁਹਾਡਾ ਕੀ ਹੋ ਗਿਆ? ਟਰੂ। ਨੈਕਸਟ ਹੈ, ਸਾਰੀਆਂ ਵਾਸਤਵਿਕ ਸੰਖਿਆਵਾਂ ਪ੍ਰਮੇय ਹਨ। ਹੁਣ ਉਲਟ ਆ ਗਿਆ, ਵਾਸਤਵਿਕ ਮੀਨਸ ਕੀ ਸੀਗਾ? ਆਪਣਾ ਸਕੂਲ। ਪ੍ਰਮੇय ਕੀ ਸੀਗਾ? ਆਪਣੀ ਬਿਲਡਿੰਗ। ਹੁਣ ਜਿਹੜੀ ਸਕੂਲ ਹੈ, ਸਕੂਲ ਦੇ ਵਿੱਚ ਮੰਨ ਲਓ ਕੋਈ ਪਰਸਨ ਜਾਂ ਕੋਈ ਚੀਜ਼ ਕੁਛ ਵੀ ਹੈਗੀ ਆ, ਉਹ ਬਿਲਡਿੰਗ ਵਿੱਚ ਵੀ ਹੋ ਸਕਦੀ ਆ, ਤੇ ਬਿਲਡਿੰਗ ਤੋਂ ਬਿਨਾਂ ਕਿੱਥੇ ਹੋ ਸਕਦੀ ਆ? ਲੌਨ ਦੇ ਵਿੱਚ, ਪਾਰਕ ਵਿੱਚ ਵੀ ਹੋ ਸਕਦੀ ਆ। ਇਸ ਲਈ ਇਹ ਵਾਲਾ ਕੀ ਹੈ? ਫਾਲਸ ਹੈ, ਕਿਉਂਕਿ ਵਾਸਤਵਿਕ ਸੰਖਿਆਵਾਂ ਪ੍ਰਮੇय ਵੀ ਹੋ ਸਕਦੀ ਹੈ ਤੇ ਅਪਰਮੇय ਵੀ ਹੋ ਸਕਦੀ ਹੈ। ਜੇ ਪ੍ਰਮੇय ਹੈ ਫਿਰ ਤਾਂ ਓਕੇ ਆ, ਲੇਕਿਨ ਅਪਰਮੇय ਵੀ ਹੋ ਸਕਦੀ ਹੈ, ਇਸ ਕਰਕੇ ਇਹ ਕੰਡੀਸ਼ਨ ਇੱਥੇ ਕੀ ਹੋ ਗਈ? ਫਾਲਸ ਹੋ ਗਈ। ਥਰਡ ਹੈ, ਸਾਰੀਆਂ ਪ੍ਰਾਕਿਰਤਿਕ ਸੰਖਿਆਵਾਂ ਵਾਸਤਵਿਕ ਹੁੰਦੀਆਂ ਹਨ। ਮੈਂ ਜਾਂ ਪਾਇਆ, ਇੱਥੇ ਕੁਐਸਚਨ ਇਹ ਵੀ ਆ ਸਕਦਾ, ਸਾਰੀਆਂ ਪੂਰਨ ਸੰਖਿਆਵਾਂ ਵਾਸਤਵਿਕ ਹੁੰਦੀਆਂ ਹਨ, ਸਾਰੀਆਂ ਸੰਪੂਰਨ ਸੰਖਿਆਵਾਂ ਵਾਸਤਵਿਕ ਹੁੰਦੀਆਂ ਹਨ, ਸਾਰੀਆਂ ਪ੍ਰਮੇय ਸੰਖਿਆਵਾਂ ਵਾਸਤਵਿਕ ਹੁੰਦੀਆਂ ਹਨ। ਜੇ ਤੁਹਾਨੂੰ ਧਿਆਨ ਹੋਵੇ, ਛੋਟਾ ਸਰਕਲ ਸੀ, ਉਸ ਤੋਂ ਵੱਡਾ, ਉਸ ਤੋਂ ਵੱਡਾ, ਉਸ ਤੋਂ ਵੱਡਾ, ਉਸ ਤੋਂ ਵੱਡਾ, ਮੀਨਸ ਆਪਾਂ ਸਰਕਲ ਤੋਂ ਬਾਹਰ ਨੂੰ ਆ ਰਹੇ ਹਾਂ। ਜੇ ਬਾਹਰ ਨੂੰ ਆ ਰਹੇ ਸੀ ਤਾਂ ਆਪਣਾ ਆਨਸਰ ਉੱਥੇ ਕੀ ਸੀਗਾ? ਟਰੂ। ਜੋ ਬੱਚਾ 9th B ਕਲਾਸ 'ਚ ਬੈਠਾ ਹੈ ਉਹ ਸਕੂਲ 'ਚ ਹੈਗਾ ਹੀ ਹੈਗਾ। ਜਿਹੜਾ 9th 'ਚ ਬੈਠਾ ਉਹ ਵੀ ਸਕੂਲ 'ਚ ਹੈਗਾ, ਜਿਹੜਾ ਬਰਾਂਡੇ 'ਚ ਬੈਠਾ ਉਹ ਵੀ ਸਕੂਲ 'ਚ ਹੈਗਾ, ਤੇ ਜਿਹੜਾ ਬਿਲਡਿੰਗ 'ਚ ਬੈਠਾ ਉਹ ਵੀ ਸਕੂਲ 'ਚ ਹੈਗਾ। ਹਰ ਪਾਸੇ ਕੀ ਹੋ ਗਿਆ ਹੈ? ਟਰੂ। ਲੇਕਿਨ ਉਲਟ ਕਰਾਂਗੇ, ਵਾਸਤਵਿਕ ਸੰਖਿਆਵਾਂ ਪ੍ਰਾਕਿਰਤਿਕ ਹੁੰਦੀਆਂ ਹਨ ਜਾਂ ਵਾਸਤਵਿਕ ਸੰਖਿਆਵਾਂ ਪੂਰਨ ਹੁੰਦੀਆਂ ਹਨ, ਵਾਸਤਵਿਕ ਸੰਖਿਆਵਾਂ ਸੰਪੂਰਨ ਹੁੰਦੀਆਂ ਹਨ, ਤੇ ਵਾਸਤਵਿਕ ਸੰਖਿਆਵਾਂ ਪ੍ਰਮੇय ਹੁੰਦੀਆਂ ਹਨ। ਇੱਥੇ ਇਹ ਫਾਲਸ ਹੋ ਜਾਏਗਾ। ਕਿਉਂ? ਕਿਉਂਕਿ ਜਿਹੜਾ ਬੱਚਾ ਵਾਸਤਵਿਕ, ਆਪਾਂ ਕਿਹਾ ਸੀ ਸਕੂਲ, ਜਿਹੜਾ ਬੱਚਾ ਸਕੂਲ 'ਚ ਖੜਾ, ਜ਼ਰੂਰੀ ਨਹੀਂ ਹੈਗਾ ਕਿ ਉਹ 9th B ਦੇ ਕਮਰੇ ਵਿੱਚ ਹੀ ਬੈਠਾ, ਜ਼ਰੂਰੀ ਨਹੀਂ ਹੈਗਾ ਵੀ ਉਹ 9th 'ਚ ਬੈਠਾ, ਉਸ ਤੋਂ ਬਾਹਰ ਵੀ ਹੋ ਸਕਦਾ, ਜ਼ਰੂਰੀ ਨਹੀਂ ਉਹ ਬਰਾਂਡੇ 'ਚ ਬੈਠਾ, ਲੌਨ 'ਚ ਵੀ ਹੋ ਸਕਦਾ, ਜ਼ਰੂਰੀ ਨਹੀਂ ਉਹ ਬਿਲਡਿੰਗ 'ਚ ਬੈਠਾ, ਗਰਾਊਂਡ ਵਿੱਚ ਵੀ ਹੋ ਸਕਦਾ। ਇਸ ਕਰਕੇ ਇਹ ਵਾਲੀ ਆਪਸ਼ਨ ਕੀ ਹੋਗੀ? ਫਾਲਸ। ਸਿੰਪਲ ਐਗਜ਼ਾਮਪਲ ਦੇ ਸਕਦੇ ਹੋ, ਜਿਹੜੀ ਵਰਗਮੂਲ 2 ਹੈ ਉਹ ਵਾਸਤਵਿਕ ਸੰਖਿਆ ਤਾਂ ਹੈਗੀ ਆ, ਬਟ ਪ੍ਰਾਕਿਰਤਿਕ ਨਹੀਂ ਹੈਗੀ, ਪੂਰਨ ਨਹੀਂ ਹੈਗੀ, ਸੰਪੂਰਨ ਨਹੀਂ ਹੈਗੀ, ਤੇ ਪ੍ਰਮੇय ਵੀ ਨਹੀਂ ਹੈਗੀ। ਨੈਕਸਟ ਹੈਗਾ, ਸਾਰੀਆਂ ਅਪਰਮੇय ਸੰਖਿਆਵਾਂ ਵਾਸਤਵਿਕ ਹਨ। ਇਹ ਬੱਚੇ ਟਰੂ ਹੈ, ਕਿਉਂਕਿ ਜਿਹੜੀਆਂ ਅਪਰਮੇय ਸੰਖਿਆਵਾਂ ਨੇ ਉਹ ਵਾਸਤਵਿਕ ਦਾ ਹੀ ਹਿੱਸਾ ਨੇ। ਅਪਰਮੇय ਕੀ ਸੀਗਾ? ਸਾਡਾ ਗਰਾਊਂਡ। ਵਾਸਤਵਿਕ ਕੀ ਸੀਗਾ? ਸਕੂਲ। ਜਿਹੜਾ ਗਰਾਊਂਡ ਹੈ ਸਕੂਲ ਦੇ ਵਿੱਚ ਹੀ ਹੁੰਦਾ ਹੈ, ਇਸ ਕਰਕੇ ਇਹ ਹੋ ਗਿਆ ਟਰੂ। ਨੈਕਸਟ ਉਲਟ ਹੈ, ਸਾਰੀਆਂ ਵਾਸਤਵਿਕ ਅਪਰਮੇय ਹਨ। ਇਹ ਫਾਲਸ ਹੈ, ਕਿਉਂਕਿ ਸਕੂਲ ਦੇ ਵਿੱਚ ਗਰਾਊਂਡ, ਜਿਹੜਾ ਬੱਚਾ ਸਕੂਲ 'ਚ ਖੜਾ ਉਹ ਗਰਾਊਂਡ 'ਚ ਵੀ ਹੋ ਸਕਦਾ ਤੇ ਬਰਾਂਡੇ ਵਿੱਚ ਵੀ ਹੋ ਸਕਦਾ। ਇੱਕ ਜਗ੍ਹਾ ਤੱਕ ਫਾਲਸ ਹੋ ਗਿਆ, ਕਿਉਂਕਿ ਵਾਸਤਵਿਕ ਸੰਖਿਆ ਵਾ ਉਹ ਪ੍ਰਮੇय ਵੀ ਹੋ ਸਕਦੀ ਆ, ਇਸ ਕਰਕੇ ਆਪਸ਼ਨ ਕੀ ਹੋਗੀ? ਫਾਲਸ। ਨੈਕਸਟ ਸਾਡਾ ਹੈਗਾ 7th ਆਪਸ਼ਨ ਹੈ, ਸੰਖਿਆਵਾਂ ਅਪਰਮੇय ਹੁੰਦੀਆਂ ਹਨ। ਹੁਣ ਪ੍ਰਮੇय ਸੰਖਿਆ ਸਾਡੀਆਂ ਕਿਹੜੀਆਂ ਸੀਗੀਆਂ? ਬਿਲਡਿੰਗ। ਤੇ ਅਪਰਮੇय ਕੀ ਸੀਗਾ? ਗਰਾਊਂਡ। ਹੁਣ ਬਿਲਡਿੰਗ ਤੇ ਗਰਾਊਂਡ ਤਾਂ ਬਿਲਕੁਲ ਹੀ ਅਲੱਗ-ਅਲੱਗ ਆ, ਇਸ ਕਰਕੇ ਇਹ ਕੀ ਹੋ ਗਿਆ? ਫਾਲਸ। ਉਲਟ ਵੀ ਅਪਰਮੇय ਸੰਖਿਆਵਾਂ ਪ੍ਰਮੇय ਹੁੰਦੀਆਂ ਹਨ, ਇਹ ਵੀ ਫਾਲਸ, ਕਿਉਂਕਿ ਪ੍ਰਮੇय ਤੇ ਅਪਰਮੇय ਵੈਸੇ ਇੱਕ ਦੂਜੇ ਦੇ ਐਂਟੀ ਨੇ, ਬਿਲਕੁਲ ਹੀ ਆਪੋਜ਼ਿਟ ਨੇ। ਪ੍ਰਮੇय ਬਟਿਆਂ ਵਾਲੀਆਂ, ਅਪਰਮੇय ਜਿਹੜੀਆਂ ਬਟਿਆਂ ਦੇ ਵਿੱਚ ਨਹੀਂ ਹੁੰਦੀਆਂ। ਨੈਕਸਟ ਮੈਂ ਫਿਰ ਥੋੜ੍ਹੀਆਂ ਡਾਇਗਰਾਮਸ ਥਰੂ ਸਮਝਾਇਆ ਵਾ। ਜੇ ਤੁਹਾਨੂੰ ਕੁਐਸਚਨ ਆਉਂਦਾ ਵਾ ਕਿ ਹਰੇਕ ਪ੍ਰਾਕਿਰਤਿਕ ਸੰਖਿਆ ਪੂਰਨ ਹੁੰਦੀ ਹੈ ਤਾਂ ਟਰੂ, ਹਰੇਕ ਪ੍ਰਾਕਿਰਤਿਕ ਸੰਪੂਰਨ ਹੁੰਦੀ ਹੈ ਟਰੂ, ਪ੍ਰਾਕਿਰਤਿਕ ਪ੍ਰਮੇय ਹੁੰਦੀ ਹੈ ਟਰੂ, ਪ੍ਰਾਕਿਰਤਿਕ ਅਪਰਮੇय ਹੁੰਦੀ ਹੈ ਫਾਲਸ, ਪ੍ਰਾਕਿਰਤਿਕ ਵਾਸਤਵਿਕ ਹੁੰਦੀ ਹੈ, ਇਹ ਕੀ ਹੋ ਗਿਆ? ਟਰੂ। ਨੈਕਸਟ ਪੂਰਨ। ਪੂਰਨ ਸੰਖਿਆ ਪ੍ਰਾਕਿਰਤਿਕ ਹੁੰਦੀ ਹੈ, ਫਾਲਸ, ਕਿਉਂਕਿ 0 ਇੱਕ ਪੂਰਨ ਸੰਖਿਆ ਹੈ ਬਟ ਪ੍ਰਾਕਿਰਤਿਕ ਨਹੀਂ। ਨੈਕਸਟ ਪੂਰਨ ਸੰਪੂਰਨ ਸੰਖਿਆ ਹੁੰਦੀ ਹੈ, ਟਰੂ। ਪੂਰਨ ਪ੍ਰਮੇय ਸੰਖਿਆ ਹੁੰਦੀ ਹੈ, ਟਰੂ। ਪੂਰਨ ਅਪਰਮੇय ਸੰਖਿਆ ਹੁੰਦੀ ਹੈ, ਫਾਲਸ, ਕਿਉਂਕਿ ਅਪਰਮੇय ਸਿੰਪਲ ਉਹੀ ਫੇਰ ਆ ਗਿਆ, ਅਪਰਮੇय ਦਾ ਗਰੁੱਪ ਹੈ ਹੀ ਬਿਲਕੁਲ ਅਲੱਗ। ਅਪਰਮੇय ਸਿਰਫ ਵਾਸਤਵਿਕ ਸੰਖਿਆਵਾਂ ਹੁੰਦੀਆਂ ਨੇ, ਬਾਕੀ ਸਾਰਿਆਂ ਦੇ ਲਈ ਇਹ ਫਾਲਸ ਹੋ ਜਾਂਦਾ ਹੈ। ਪੂਰਨ ਵਾਸਤਵਿਕ ਹੁੰਦੀ ਹੈ, ਇਹ ਕੀ ਹੈ? ਟਰੂ, ਕਿਉਂਕਿ ਵਾਸਤਵਿਕ ਤਾਂ ਸਾਰੀਆਂ ਸੰਖਿਆਵਾਂ ਦਾ ਹੀ ਸੰਗ੍ਰਹਿ ਹੈ। ਨੈਕਸਟ ਹੈ ਸੰਪੂਰਨ।
ਸੰਪੂਰਨ ਸੰਖਿਆਵਾਂ ਪ੍ਰਾਕਿਰਤਿਕ ਹੁੰਦੀਆਂ ਹਨ। ਫਾਲਸ, ਕਿਉਂਕਿ ਸੰਪੂਰਨ ਦੇ ਵਿੱਚ ਮਾਈਨਸ ਵਾਲੀਆਂ ਵੈਲਿਊਜ਼ ਆਉਂਦੀਆਂ ਨੇ ਤੇ ਮਾਈਨਸ ਵਾਲੀਆਂ ਵੈਲਿਊਜ਼ ਪ੍ਰਾਕਿਰਤਿਕ ਵਿੱਚ ਨਹੀਂ ਆਉਂਦੀਆਂ, ਇਸ ਕਰਕੇ ਫਾਲਸ। ਸੰਪੂਰਨ ਪੂਰਨ ਹੁੰਦੀਆਂ ਹਨ, ਇਹ ਵੀ ਫਾਲਸ, ਕਿਉਂਕਿ ਉਹਦੇ ਵਿੱਚ ਨੈਗੇਟਿਵ ਵੈਲਿਊਜ਼ ਆਉਂਦੀਆਂ ਨੇ। ਪੂਰਨ ਦੇ ਵਿੱਚ 0 ਤੋਂ ਲੈ ਕੇ ਪਲੱਸ ਵਾਲੀਆਂ ਸਾਰੀਆਂ ਵੈਲਿਊਜ਼ ਆਉਂਦੀਆਂ ਨੇ, ਇਸ ਕਰਕੇ ਇਹ ਵੀ ਫਾਲਸ। ਸੰਪੂਰਨ ਪ੍ਰਮੇୟ ਹੁੰਦੀਆਂ ਹਨ, ਟਰੂ, ਕਿਉਂਕਿ ਸੰਪੂਰਨ ਵਾਲਾ ਸਰਕਲ ਛੋਟਾ ਸੀ, ਪ੍ਰਮੇୟ ਵਾਲਾ ਸਰਕਲ ਵੱਡਾ ਵਾ। ਛੋਟੇ ਸਰਕਲ ਤੋਂ ਵੱਡੇ ਸਰਕਲ ਵੱਲ ਜਾਵਾਂਗੇ ਤਾਂ ਸਾਡਾ ਆਨਸਰ ਕੀ ਹੁੰਦਾ? ਟਰੂ। ਸੰਪੂਰਨ ਅਪਰਮੇय ਨਹੀਂ ਹੁੰਦੀਆਂ, ਸੇਮ ਉਹੀ ਅਪਰਮੇय ਦਾ ਜਿਹੜਾ ਘੇਰਾ ਵਾ ਜਾਂ ਚੱਕਰ ਸੀਗਾ ਉਹ ਬਿਲਕੁਲ ਹੀ ਅਲੱਗ ਸੀਗਾ। ਨੈਕਸਟ, ਸੰਪੂਰਨ ਵਾਸਤਵਿਕ ਹੁੰਦੀਆਂ ਹਨ, ਇਹ ਟਰੂ, ਕਿਉਂਕਿ ਵਾਸਤਵਿਕ ਸਾਰੀਆਂ ਹੀ ਸੰਖਿਆਵਾਂ ਦਾ ਇੱਕ ਸਮੂਹ ਹੈ। ਨੈਕਸਟ ਬੱਚੇ ਹੈਗਾ ਪ੍ਰਮੇय ਸੰਖਿਆਵਾਂ। ਪ੍ਰਮੇय ਸੰਖਿਆਵਾਂ ਪ੍ਰਾਕਿਰਤਿਕ ਹੁੰਦੀਆਂ ਹਨ, ਇਹ ਕੀ ਆ ਗਿਆ? ਫਾਲਸ, ਕਿਉਂ? ਪ੍ਰਮੇय ਦਾ ਘੇਰਾ ਵੱਡਾ ਸੀ, ਪ੍ਰਾਕਿਰਤਿਕ ਦਾ ਘੇਰਾ ਛੋਟਾ। ਬਟਿਆਂ ਵਾਲੀਆਂ ਸੰਖਿਆਵਾਂ ਪ੍ਰਮੇय ਹੁੰਦੀਆਂ ਨੇ ਬਟ ਪ੍ਰਾਕਿਰਤਿਕ ਨਹੀਂ ਹੁੰਦੀਆਂ। ਹਰੇਕ ਪ੍ਰਮੇय ਸੰਖਿਆ ਪੂਰਨ ਹੁੰਦੀ ਹੈ, ਇਹ ਵੀ ਗਲਤ। ਸੇਮ ਬਟਿਆਂ ਵਾਲੀਆਂ ਸੰਖਿਆਵਾਂ ਨੇ, ਪੂਰਨ ਬਟਿਆਂ ਵਾਲੀਆਂ ਸੰਖਿਆਵਾਂ ਨਹੀਂ ਹੁੰਦੀਆਂ, ਇਹਨੂੰ ਅਸੀਂ ਓਵਰ 'ਚ ਨਹੀਂ ਲਿਖ ਸਕਦੇ। ਨੈਕਸਟ, ਸੇਮ ਪ੍ਰਮੇय ਸੰਖਿਆਵਾਂ ਸੰਪੂਰਨ ਹੁੰਦੀਆਂ ਹਨ। 1/2 ਇੱਥੇ ਐਗਜ਼ਾਮਪਲ ਦੇ ਸਕਦੇ ਹੋ। 1/2 ਪ੍ਰਮੇय ਸੰਖਿਆ ਹੈ ਪਰ ਪ੍ਰਾਕਿਰਤਿਕ ਨਹੀਂ, ਪ੍ਰਮੇय ਹੈ ਪਰ ਪੂਰਨ ਨਹੀਂ, ਪ੍ਰਮੇय ਹੈ ਪਰ ਸੰਪੂਰਨ ਨਹੀਂ। ਨੈਕਸਟ, ਪ੍ਰਮੇय ਸੰਖਿਆ ਅਪਰਮੇय ਸੰਖਿਆ ਨਹੀਂ ਹੋ ਸਕਦੀ, ਕਿਉਂਕਿ ਪ੍ਰਮੇय ਤੇ ਅਪਰਮੇय ਬਿਲਕੁਲ ਇੱਕ ਦੂਜੇ ਦੇ ਐਂਟੀ ਨੇ। ਲਾਸਟ ਹੈ ਪ੍ਰਮੇय ਸੰਖਿਆ ਕੀ ਹੁੰਦੀਆਂ ਨੇ? ਵਾਸਤਵਿਕ, ਕਿਉਂਕਿ ਵਾਸਤਵਿਕ ਸੰਖਿਆ ਸਭ ਤੋਂ ਵੱਡਾ ਸਮੂਹ ਹੈ। ਨੈਕਸਟ ਹੈ ਅਪਰਮੇय। ਅਪਰਮੇय ਦੀ ਸੇਮ ਇਹ ਵਾਲੀਆਂ ਆਪਸ਼ਨਸ ਨੇ। ਅਪਰਮੇय ਕਿਉਂਕਿ ਇਹਦਾ ਘੇਰਾ ਹੀ ਅਲੱਗ ਹੈ, ਨਾ ਹੀ ਇਹ ਪ੍ਰਾਕਿਰਤਿਕ ਹੈ, ਨਾ ਹੀ ਪੂਰਨ ਹੈ, ਨਾ ਹੀ ਸੰਪੂਰਨ, ਨਾ ਹੀ ਪ੍ਰਮੇय ਹੈ। ਸਿਰਫ ਕੀ ਹੈ? ਇਹ ਵਾਸਤਵਿਕ, ਕਿਉਂਕਿ ਵਾਸਤਵਿਕ ਦਾ ਹੀ ਇੱਕ ਇਹ ਹਿੱਸਾ ਹੈ। ਲਾਸਟ ਹੈ ਵਾਸਤਵਿਕ, ਸਭ ਤੋਂ ਵੱਡਾ ਘੇਰਾ। ਹੁਣ ਵਾਸਤਵਿਕ ਦੇ ਵਿੱਚ ਕੀ ਹੁੰਦਾ? ਸਾਰੀਆਂ ਸੰਖਿਆਵਾਂ ਆ ਜਾਂਦੀਆਂ ਨੇ। ਹੁਣ ਵਾਸਤਵਿਕ ਜਿਹੜੀ ਹਰੇਕ ਵਾਸਤਵਿਕ ਸੰਖਿਆ ਪ੍ਰਾਕਿਰਤਿਕ ਨਹੀਂ ਹੁੰਦੀ, ਹਰੇਕ ਵਾਸਤਵਿਕ ਸੰਖਿਆ ਪੂਰਨ ਨਹੀਂ ਹੁੰਦੀ, ਹਰੇਕ ਵਾਸਤਵਿਕ ਸੰਖਿਆ ਸੰਪੂਰਨ ਨਹੀਂ ਹੁੰਦੀ, ਹਰੇਕ ਵਾਸਤਵਿਕ ਸੰਖਿਆ ਪ੍ਰਮੇय ਨਹੀਂ ਹੁੰਦੀ, ਹਰੇਕ ਵਾਸਤਵਿਕ ਸੰਖਿਆ ਅਪਰਮੇय ਨਹੀਂ ਹੁੰਦੀ। ਇਹਦੇ ਲਈ ਫਸਟ 4 ਦੇ ਲਈ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ। ਵਰਗਮੂਲ 2। ਵਰਗਮੂਲ 2 ਵਾਸਤਵਿਕ ਹੈ, ਪ੍ਰਾਕਿਰਤਿਕ ਨਹੀਂ, ਵਾਸਤਵਿਕ ਹੈ, ਪੂਰਨ ਨਹੀਂ, ਵਾਸਤਵਿਕ ਹੈ, ਸੰਪੂਰਨ ਨਹੀਂ, ਵਾਸਤਵਿਕ ਸੰਖਿਆ ਹੈ, ਪ੍ਰਮੇय ਸੰਖਿਆ ਨਹੀਂ। ਲਾਸਟ ਦੇ ਲਈ ਐਗਜ਼ਾਮਪਲ ਅਸੀਂ ਬਟਿਆਂ ਵਾਲਾ ਲੈ ਸਕਦੇ ਹਾਂ। ਉਹੀ ਐਗਜ਼ਾਮਪਲ ਸੇਮ ਬਾਰ-ਬਾਰ 1/2, 1/3, -3/4, ਕੋਈ ਮਰਜ਼ੀ ਬਟਿਆਂ ਵਾਲੀ ਸੰਖਿਆ ਲੈ ਲਓ, ਉਹ ਵਾਸਤਵਿਕ ਹੈ ਬਟ ਅਪਰਮੇय ਨਹੀਂ। ਲਾਸਟ ਦੇ ਵਿੱਚ ਥੋੜ੍ਹੇ ਫਿਲਅਪਸ ਨੇ, ਤੁਸੀਂ ਖੁਦ ਟਰਾਈ ਕਰਨੀਆਂ ਨੇ। ਇਹਦੇ ਵਿੱਚ ਕੀ ਹੈ? ਫਸਟ ਫਿਲਅਪ ਹੈਗੀ ਆ ਵਰਗਮੂਲ 3 ਇੱਕ ਡੈਸ਼ ਸੰਖਿਆ ਹੈ। ਇਹ ਤੁਸੀਂ ਦੱਸਣੀ ਆ ਪ੍ਰਾਕਿਰਤਿਕ ਹੈ, ਪੂਰਨ ਹੈ, ਸੰਪੂਰਨ ਹੈ, ਅਪਰਮੇय ਹੈ ਜਾਂ ਵਾਸਤਵਿਕ ਹੈ। ਥੋੜੀ ਕੋਸ਼ਿਸ਼ ਕਰੋ। ਸੈਕਿੰਡ ਹੈ ਪਾਈ ਇੱਕ ਡੈਸ਼ ਸੰਖਿਆ ਹੈ। ਥਰਡ, 2 ਪ੍ਰਮੇय ਸੰਖਿਆਵਾਂ ਵਿਚਕਾਰ ਡੈਸ਼ ਪ੍ਰਮੇय ਸੰਖਿਆਵਾਂ ਹੁੰਦੀਆਂ ਹਨ। ਫੋਰਥ ਹੈ 2/100 ਦਾ ਦਸ਼ਮਲਵ ਰੂਪ ਕੀ ਹੋਵੇਗਾ। ਫਿਫਥ ਹੈ a ਦੀ ਘਾਤ m × a ਦੀ ਘਾਤ n ਦਾ ਆਂਸਰ ਕੀ ਆਏਗਾ। ਸਿਕਸਥ ਹੈ 49 49 ਦੀ ਘਾਤ 1/2 ਦਾ ਆਂਸਰ ਕੀ ਹੋਏਗਾ। ਸੈਵਨਥ ਹੈ ਸਾਰੀਆਂ ਨੈਗੇਟਿਵ ਅਤੇ ਪੋਜ਼ਿਟਿਵ ਸੰਖਿਆਵਾਂ ਦੇ ਸਮੂਹ ਨੂੰ ਡੈਸ਼ ਕਹਿੰਦੇ ਹਨ। ਨੈਗੇਟਿਵ ਤੇ ਪੋਜ਼ਿਟਿਵ, ਧਨਾਤਮਕ ਤੇ ਰਿਣਾਤਮਕ ਧਨਾਤਮਕ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ। 8th ਫਿਲਅਪ ਹੈ 5/7 ਅਤੇ 3/7 ਦੇ ਵਿਚਕਾਰ ਡੈਸ਼ ਪ੍ਰਮੇय ਸੰਖਿਆਵਾਂ ਹੁੰਦੀਆਂ ਹਨ। ਇਹ ਤੁਸੀਂ ਗਿਣਤੀ ਲਿਖਣੀ ਆ। ਚਲੋ ਨੈਕਸਟ ਦੀ ਆਂਸਰ ਕੀ ਦੱਸਦੇ ਹਾਂ। ਫਸਟ ਕੀ ਸੀਗਾ? ਵਰਗਮੂਲ 3। ਵਰਗਮੂਲ 3 ਨੂੰ ਅਸੀਂ ਬਟਿਆਂ ਵਿੱਚ ਨਹੀਂ ਲਿਖ ਸਕਦੇ, ਪਹਿਲਾਂ ਦੱਸਿਆ ਸੀਗਾ। 3 ਕੀ ਹੈ? ਇੱਕ ਅਭਾਜ ਸੰਖਿਆ ਹੈ, ਉੱਪਰ ਵਰਗਮੂਲ ਆ ਗਿਆ ਤਾਂ ਵਰਗਮੂਲ 3 ਇੱਕ ਅਪਰਮੇय ਸੰਖਿਆ ਹੈ। ਇੱਥੇ ਕੀ ਆ ਜਾਏਗਾ? ਅਪਰਿਮੇय। ਨੈਕਸਟ ਹੈਗਾ ਪਾਈ। ਪਾਈ ਵੀ ਕੀ ਹੈ? ਇੱਕ ਅਪਰਿਮੇय ਸੰਖਿਆ ਹੈ। ਪਾਈ ਨੂੰ ਬੇਸ਼ੱਕ ਅਸੀਂ ਬਟਿਆਂ ਵਿੱਚ ਲਿਖ ਸਕਦੇ ਹਾਂ, ਬਟ ਜਿਹੜਾ ਪਾਈ ਦਾ ਮੁੱਲ ਹੈ ਜੇ ਆਪਾਂ ਐਕਚੁਅਲ ਬਾਈ ਨੂੰ 7 ਨਾਲ ਡਿਵਾਈਡ ਕਰਦੇ ਹਾਂ ਜਾਂ ਜਿਹੜਾ ਇਹਦੇ ਪ੍ਰੋਪਰ ਮੈਜ਼ਰਮੈਂਟ ਆ ਉਹ 3.142, ਇਹ ਅੱਗੇ ਅੱਗੇ ਵੱਧਦੀ ਜਾਂਦੀ ਆ। ਕਦੇ ਵੀ ਜਿਹੜਾ ਡੈਸੀਮਲ ਜਿਹੜੀ ਰਿਪਰੈਜ਼ੈਂਟੇਸ਼ਨ ਉਹ ਖਤਮ ਨਹੀਂ ਹੁੰਦੀ। ਇਹਦਾ ਜਦੋਂ ਵੀ ਕੁਐਸਚਨ ਆਵੇ ਤਾਂ ਤੁਸੀਂ ਪਾਈ ਨੂੰ ਹਮੇਸ਼ਾ ਅਪਰਿਮੇय ਸੰਖਿਆ ਲਿਖਣਾ ਹੈ। ਥਰਡ ਹੈ 2 ਪ੍ਰਮੇय ਸੰਖਿਆਵਾਂ ਵਿਚਕਾਰ ਡੈਸ਼ ਪ੍ਰਮੇय ਸੰਖਿਆਵਾਂ ਹੁੰਦੀਆਂ ਹਨ। ਤੁਸੀਂ ਗਿਣਤੀ ਲਿਖਣੀ ਆ। 2 ਪ੍ਰਮੇय ਸੰਖਿਆਵਾਂ, ਸਿੰਪਲ ਐਗਜ਼ਾਮਪਲ ਲੈ ਲਈ, ਮੰਨ ਲਓ ਮੈਂ 3 ਅਤੇ 4। 3 ਤੇ 4 ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਹੋਣਗੀਆਂ? 3.1, 3.2, 3.3, 3.4, 3.9 ਤੱਕ ਇੱਦਾਂ ਹੋ ਗਈਆਂ। ਅੱਗੇ 3.11, 3.12, 3.13, 3.14 ਸੇਮ ਵੱਧਦੀਆਂ ਜਾਣਗੀਆਂ। ਨੈਕਸਟ ਮੈਂ ਲੈ ਲਈ 3.111, 3.112, 3.113, ਇਹ ਵੀ ਅੱਗੇ ਵੱਧਦੀਆਂ ਜਾਣਗੀਆਂ। ਇਸ ਤਰ੍ਹਾਂ ਇਹ ਸੰਖਿਆਵਾਂ ਕਦੇ ਵੀ ਖਤਮ ਨਹੀਂ ਹੋਣਗੀਆਂ।
ਤਾਂ ਦੋ ਪ੍ਰਮੇय ਸੰਖਿਆਵਾਂ ਵਿਚਕਾਰ ਕਿੰਨੀਆਂ ਪ੍ਰਮੇय ਸੰਖਿਆਵਾਂ ਹੁੰਦੀਆਂ ਹਨ? ਅਣਗਿਣਤ। ਨੈਕਸਟ ਹੈ ਅਣਗਿਣਤ ਨੂੰ ਮੈਂ ਇੱਥੇ ਕੀ ਲਿਖਤਾ? ਇਨਫਿਨਿਟੀ। ਪਰ ਤੁਸੀਂ ਅਣਗਿਣਤ ਲਿਖਣਾ, ਇਨਫਿਨਿਟੀ ਨਹੀਂ ਲਿਖਣਾ ਹੈਗਾ। ਫੋਰਥ ਹੈ 2/100 ਦਾ ਦਸ਼ਮਲਵ ਰੂਪ। ਦਸ਼ਮਲਵ ਰੂਪ ਬਹੁਤ ਛੋਟੀ ਕਲਾਸਿਸ ਵਿੱਚ ਤੁਸੀਂ ਕਰਦੇ ਆ ਰਹੇ ਹੋ। ਨੀਚੇ 2 ਜ਼ੀਰੋਜ਼ ਨੇ ਤਾਂ ਦਸ਼ਮਲਵ ਰੂਪ ਕੀ ਹੋਊਗਾ? 0.002 2 ਲਿਖ ਲਾਂਗੇ, 2 ਛੱਡ ਕੇ ਅਸੀਂ ਡੈਸੀਮਲ ਲਗਾਵਾਂਗੇ। ਨੈਕਸਟ ਹੈ a ਦੀ ਘਾਤ m ਇੰਟੂ a ਦੀ ਘਾਤ n। ਬੇਸ ਸੇਮ ਹੈ, ਆਧਾਰ ਸੇਮ ਹੈ, ਘਾਤਾਂ ਅਲੱਗ-ਅਲੱਗ ਨੇ, ਵਿਚਕਾਰ ਗੁਣਾ ਹੋ ਰਹੀ ਹੈ ਤਾਂ ਘਾਤਾਂ ਕੀ ਹੋ ਜਾਣਗੀਆਂ? ਪਲੱਸ। ਨੈਕਸਟ ਹੈ 49 ਦੀ ਘਾਤ 1/2। 49 ਨੂੰ ਇਹੋ ਜਿਹੀ ਸੰਖਿਆ ਲਿਖੋ ਜਿਹਨੂੰ 2 ਵਾਰ ਗੁਣਾ ਕਰਨ ਤੇ 49 ਬਣੇ, ਤਾਂ ਉਹ ਕੀ ਹੋਏਗੀ? 7 ਦੀ ਘਾਤ 2। 7 ਔਰ 7 ਕਿੰਨੇ ਹੁੰਦੇ ਨੇ? 49। ਉੱਪਰ ਘਾਤ ਕਿੰਨੀ ਆ ਗਈ? 1/2। 2 ਨਾਲ 2 ਕੱਟੇ ਗਏ, ਕਿੰਨਾ ਆਨਸਰ ਆ ਗਿਆ? 7। ਸੈਵਨਥ ਹੈ ਸਾਰੀਆਂ ਨੈਗੇਟਿਵ ऋणात्मक ਅਤੇ ਧਨਾਤਮਕ ਸੰਖਿਆਵਾਂ ਦੇ ਸਮੂਹ ਨੂੰ ਡੈਸ਼ ਕਹਿੰਦੇ ਹਨ। ਵੈਸੇ ਤਾਂ ਥੋੜਾ ਹਾਈ ਲੈਵਲ ਤੇ ਦੇਖੀਏ ਤਾਂ ਇਹ ਕੁਐਸਚਨ ਚਲੋ ਨਹੀਂ ਹੈਗਾ, ਲੇਕਿਨ 9th ਦੇ ਅਕੋਰਡਿੰਗ ਇਹ ਕੁਐਸਚਨ ਕੀ ਆ? ਨੈਗੇਟਿਵ ਪੋਜ਼ਿਟਿਵ ਨੂੰ ਅਸੀਂ ਇੱਕ ਸਮੂਹ ਨੂੰ ਕੀ ਕਹਿੰਦੇ ਆ? ਸੰਪੂਰਨ ਸੰਖਿਆਵਾਂ। ਲਾਸਟ ਹੈ 8th 5/7। ਇਹਦੇ ਕੋਈ ਵੀ ਦੋ ਸੰਖਿਆਵਾਂ ਹੋ ਸਕਦੀਆਂ ਨੇ, ਮੈਂ ਵੈਸੇ ਹੀ ਲੈ ਲਿਆ 5/7 ਅਤੇ 3/7। ਤੁਸੀਂ ਦੇਖ ਰਹੇ ਹੋਵੋਗੇ ਕਿ ਮੈਂ ਪਹਿਲਾਂ ਸੰਖਿਆ ਵੱਡੀ ਲਈ ਹੈ, ਛੋਟੀ ਲਈ ਹੈ, ਕੋਈ ਵੀ ਸੰਖਿਆ ਹੋ ਸਕਦੀ ਹੈ। ਕੋਈ ਵੀ ਦੋ ਪ੍ਰਮੇय ਸੰਖਿਆਵਾਂ ਹੋਣ, ਜਿਹੜੀਆਂ ਮਰਜ਼ੀ ਹੋਣ, ਉਹਨਾਂ ਦੇ ਵਿਚਕਾਰ ਕਿੰਨੀਆਂ ਪ੍ਰਮੇय ਸੰਖਿਆਵਾਂ ਹੁੰਦੀਆਂ ਨੇ? ਅਣਗਿਣਤ। ਤੇ ਇਸ ਦਾ ਆਨਸਰ ਵੀ ਕੀ ਹੋਏਗਾ? ਅਣਗਿਣਤ। ਹੋਪ ਸੋ ਕਿ ਤੁਹਾਨੂੰ ਜਿਹੜਾ ਬੇਸਿਕਸ ਹੈ ਉਹ ਕਲੀਅਰ ਹੋ ਗਿਆ ਹੋਏਗਾ। ਨੈਕਸਟ ਆਪਾਂ ਐਕਸਰਸਾਈਜ਼ ਆਪਾਂ ਅਗਲੇ ਲੈਕਚਰ ਵਿੱਚ ਕਰਾਂਗੇ।